ਬਾਈ ਸਬਸਕ੍ਰਾਈਬ ਕਰਨ ਦਾ ਕੋਈ ਮੁੱਲ ਨਹੀਂ ਹੁੰਦਾ। ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡਾ ਚੈਨਲ ਗਰੋਥ ਕਰੇ ਅਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਆਉਣ। ਤਾਂ ਅੱਜ ਦੀ ਆਪਣੀ ਵੀਡੀਓ ਹੈ ਖਸਮਾਂ ਖਾਣੇ ਦੇ ਆਧਾਰ ਕਹਾਣੀ ਦੇ ਆਧਾਰ ਉੱਤੇ। ਖਸਮਾਂ ਖਾਣੇ ਕਹਾਣੀ ਜਿਹੜੀ ਕਿ ਗੁਰਮੁਖ ਸਿੰਘ ਮੁਸਾਫਿਰ ਦੀ ਲਿਖੀ ਹੋਈ ਹੈ। ਤਾਂ ਅੱਜ ਦਾ ਪਹਿਲਾ ਪ੍ਰਸ਼ਨ ਹੈਗਾ, ਪ੍ਰਸ਼ਨ ਫਸਟ, ਖਸਮਾਂ ਖਾਣੇ ਕਹਾਣੀ ਦਾ ਸਾਰ ਲਿਖੋ ਜਾਂ ਖਸਮਾਂ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਇਸ ਦਾ ਉੱਤਰ ਹੈ, ਖਸਮਾਂ ਖਾਣੇ ਕਹਾਣੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਗੁਰਮੁਖ ਸਿੰਘ ਦੀ ਮੁਸਾਫਿਰ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ 1947 ਦੀ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਪੈਦਾ ਹੋਈ ਸ਼ਰਨਾਰਥੀ ਸਮੱਸਿਆ ਦੇ ਦੁਖਾਂਤ ਰੂਪ ਨੂੰ ਪੇਸ਼ ਕੀਤਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਸ਼ਰਨਾਰਥੀ ਨੇਤਾ ਲਾਲਾ ਭਗਤ ਰਾਮ ਦੀ ਪਤਨੀ ਦ੍ਰੋਪਦੀ ਨੂੰ ਆਪਣੇ ਘਰ ਦੇ ਬਾਹਰ ਵੱਜਿਆ ਮੋਟਰ ਦਾ ਹਾਰਨ ਸੁਣ ਕੇ ਬੜੀ ਚਿੜ ਆਈ ਅਤੇ ਉਸਨੇ ਕਿਹਾ, ਖਸਮਾਂ ਖਾਣੇ। ਇਸ ਸਮੇਂ ਚਾਨਣ ਸ਼ਾਹ ਉਸਦੇ ਪਤੀ ਨੂੰ ਸਵੇਰੇ ਸਵੇਰੇ ਆਪਣੀ ਕਾਰ ਵਿੱਚ ਬਿਠਾ ਕੇ ਅੰਬਾਲੇ ਲਿਜਾਣ ਲਈ ਆ ਗਿਆ, ਜਿੱਥੇ ਉਸਨੇ ਉਹਨਾਂ ਦੀ ਸਿਫਾਰਿਸ਼ ਨਾਲ ਡਿਪਟੀ ਕਮਿਸ਼ਨਰ ਤੋਂ ਇੱਕ ਕੰਮ ਕਰਾਉਣਾ ਸੀ। ਉਸਨੇ ਲਾਲਾ ਜੀ ਨੂੰ ਨਾ ਰਾਤ ਲਈ ਦਵਾਈ ਲੈਣ ਦਿੱਤੀ ਅਤੇ ਨਾ ਹੀ ਕੋਈ ਭਾਰਾ ਕੱਪੜਾ। ਉਹ ਕਹਿ ਰਿਹਾ ਸੀ ਕਿ ਉਹ 6 ਘੰਟੇ ਵਿੱਚ ਦਿੱਲੀ ਤੋਂ ਪਰਤ ਕੇ ਵਾਪਿਸ 12 ਵਜੇ ਤੱਕ ਪੁੱਜ ਸਕਦੇ ਹਨ, ਅਤੇ ਜੇਕਰ ਲਾਲਾ ਜੀ ਨੇ ਉੱਥੋਂ ਦੇ ਸ਼ਰਨਾਰਥੀ ਕੈਂਪ ਵਿੱਚ 2 ਤੋਂ 2.5 ਘੰਟੇ ਲਾਉਣੇ ਹੋਣ ਤਾਂ ਉਹ 3 ਵਜੇ ਤੱਕ ਜ਼ਰੂਰ ਵਾਪਸ ਆ ਹੀ ਜਾਣਗੇ। ਉਹਨਾਂ ਦੇ ਜਾਣ ਪਿੱਛੋਂ ਜਿਹੜਾ ਵੀ ਸ਼ਰਨਾਰਥੀ ਘਰ ਆਇਆ, ਦ੍ਰੋਪਦੀ ਨੇ ਆਪਣੇ ਪਤੀ ਦੀ ਹਦਾਇਤ ਅਨੁਸਾਰ ਉਸਨੂੰ 3 ਵਜੇ ਦਾ ਸਮਾਂ ਦੇ ਦਿੱਤਾ। ਸ਼ਰਨਾਰਥੀਆਂ ਨੂੰ ਰਹਿਣ ਲਈ ਮਕਾਨ ਅਤੇ ਕਰਜ਼ਿਆਂ ਲਈ ਲਾਲਾ ਜੀ ਦੀ ਸਿਫਾਰਿਸ਼ ਦੀ ਲੋੜ ਪੈਂਦੀ ਸੀ। ਪੁੱਤਰ ਤੇ ਪਤੀ ਤੋਂ ਵਾਂਝੀ ਹੋਈ ਤੇ ਪੁੱਤ ਨੂੰ ਖਤਰੇ ਵਿੱਚ ਪਈ ਦੇਖ ਕੇ ਦੁਖੀ ਹੋਈ ਇੱਕ ਸ਼ਰਨਾਰਥਣ ਦੀ ਦਰਦ ਭਰੀ ਕਥਾ ਸੁਣ ਕੇ ਦ੍ਰੋਪਦੀ ਰੋਣ ਲੱਗ ਪਈ। ਇੰਨੇ ਨੂੰ ਇੱਕ ਮੈਲੇ ਤੇ ਪਾਟੇ ਕੱਪੜਿਆਂ ਵਾਲੀ ਸ਼ਰਨਾਰਥਣ ਦ੍ਰੋਪਦੀ ਦੇ ਬੂਹੇ ਵਿੱਚ ਆ ਡਿੱਗੀ। ਦ੍ਰੋਪਦੀ ਨੇ ਪਹਿਲੀ ਸ਼ਰਨਾਰਥਣ ਦੀ ਸਹਾਇਤਾ ਨਾਲ ਉਸਨੂੰ ਚੁੱਕ ਕੇ ਕਮਰੇ ਵਿੱਚ ਦਰੀ ਉੱਪਰ ਲਿਟਾਇਆ। ਉਸਦੇ ਕਮਰੇ ਵਿੱਚ ਬੈਠੇ ਸਾਰਿਆਂ ਨੂੰ 3 ਵਜੇ ਆਉਣ ਦਾ ਕਹਿ ਕੇ ਉਠਾ ਦਿੱਤਾ। ਇੰਨੇ ਨੂੰ ਗਣੇਸ਼ਾ ਟੈਕਸੀ ਲੈ ਕੇ ਆ ਗਿਆ। ਦ੍ਰੋਪਦੀ ਨੇ ਉਸ ਰਾਹੀਂ ਲੇਡੀ ਡਾਕਟਰ ਕਰਤਾਰ ਕੌਰ ਨੂੰ ਬੁਲਾਇਆ। ਇੰਨੇ ਨੂੰ ਸ਼ਰਨਾਰਥਣ ਇੱਕ ਬੱਚੇ ਨੂੰ ਜਨਮ ਦੇ ਚੁੱਕੀ ਸੀ। ਕਰਤਾਰ ਕੌਰ ਨੇ ਦ੍ਰੋਪਦੀ ਦੀ ਜਨਨੀ ਨਾਲ ਹਮਦਰਦੀ ਦੀ ਸਿਫਤ ਕੀਤੀ ਤੇ ਆਪਣਾ ਰੋਣਾ ਵੀ ਰੋਇਆ ਕਿ ਜਿਸ ਗੈਰੇਜ ਵਿੱਚ ਉਹ ਕੰਮ ਕਰਦੀ ਹੈ ਉਹ ਬਖਸ਼ੀ ਖੁਸ਼ਹਾਲ ਚੰਦ ਐਡਵੋਕੇਟ ਨੇ ਆਪਣੇ ਨਾਂ ਪਲਾਟ ਕਰਾ ਲਿਆ ਹੈ ਤੇ ਉਹ ਆਪਣੀ ਮੁਸ਼ਕਲ ਨੂੰ ਦੂਰ ਕਰਨ ਲਈ ਲਾਲਾ ਜੀ ਦੀ ਮਦਦ ਚਾਹੁੰਦੀ ਹੈ। ਦ੍ਰੋਪਦੀ ਨੇ ਉਸ ਨੂੰ ਵੀ ਕਿਹਾ ਕਿ ਉਹ 3 ਵਜੇ ਆਉਣਗੇ। ਲਾਲਾ ਜੀ 5 ਵਜੇ ਤੱਕ ਨਾ ਆਏ ਤੇ ਉਹਨਾਂ ਦੇ ਘਰ ਸ਼ਰਨਾਰਥੀਆਂ ਦੀ ਭੀੜ ਲੱਗ ਗਈ। ਇਸ ਸਮੇਂ ਉਹਨਾਂ ਦਾ ਇਹ ਦੋਸ਼ ਕਿ ਲਾਲਾ ਜੀ ਸਰਮਾਏਦਾਰਾਂ ਦੇ ਕੰਮ ਕਰਦੇ ਹਨ, ਦ੍ਰੋਪਦੀ ਨੂੰ ਚੰਗਾ ਨਾ ਲੱਗਾ। ਅੰਤ ਦ੍ਰੋਪਦੀ ਨੇ ਕੋਸ਼ਿਸ਼ ਕਰਕੇ ਚਾਨਣ ਸ਼ਾਹ ਦੀ ਕੋਠੀ ਟੈਲੀਫੋਨ ਕੀਤਾ, ਜਿੱਥੋਂ ਪਤਾ ਲੱਗਾ ਕਿ ਸ਼ਾਹ ਹੁਰੀ ਆਪਣੇ ਆਪ ਅੰਬਾਲੇ ਤੋਂ ਆ ਚੁੱਕੇ ਹਨ ਤੇ ਉਹ ਬਾਹਰ ਬਗੀਚੇ ਵਿੱਚ ਬੈਠੇ ਇੱਕ ਪਾਰਟੀ ਵਿੱਚ ਹਿੱਸਾ ਲੈ ਰਹੇ ਹਨ। ਘਰ ਵਾਲਿਆਂ ਨੇ ਸ਼ਾਹ ਜੀ ਤੋਂ ਇਹ ਪੁੱਛ ਕੇ ਦ੍ਰੋਪਦੀ ਨੂੰ ਦੱਸਿਆ ਕਿ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਹੀ ਸ਼ਰਨਾਰਥੀ ਕੈਂਪ ਵਿੱਚ ਚਲੇ ਗਏ ਸਨ ਤੇ ਸ਼ਾਹ ਜੀ ਨੇ ਉੱਥੇ ਆਪਣੇ ਕੁਝ ਹੋਰ ਕੰਮ ਕਰਨੇ ਸਨ। ਮੋਟਰ ਵਿੱਚ ਪੈਟਰੋਲ ਥੋੜ੍ਹਾ ਹੋਣ ਕਰਕੇ ਉਹ ਲਾਲਾ ਜੀ ਨੂੰ ਸ਼ਰਨਾਰਥੀ ਕੈਂਪ ਵਿੱਚੋਂ ਨਾ ਲੈ ਸਕੇ। ਨਾਲ ਹੀ ਘਰ ਵਿੱਚ ਚਾਹ ਪਾਰਟੀ ਹੋਣ ਕਰਕੇ ਉਹਨਾਂ ਨੂੰ ਵਾਪਸੀ ਦੀ ਕਾਹਲੀ ਸੀ।
ਧਰੋਪਤੀ ਨੇ ਇਹ ਗੱਲਾਂ ਸੁਣ ਕੇ ਰਿਸੀਵਰ ਵਗਾ ਕੇ ਮਾਰਿਆ ਅਤੇ ਕਿਹਾ, ਖਸਮਾਂ ਖਾਣੇ। ਸਭ ਨੂੰ ਗੱਲ ਪਤਾ ਲੱਗ ਗਈ ਅਤੇ ਉਹ ਆਪੋ ਆਪਣੇ ਘਰ ਪਰਤ ਗਏ। ਧਰੋਪਤੀ ਸਾਰੀ ਰਾਤ ਪਤੀ ਦੇ ਫਿਕਰ ਵਿੱਚ ਅਤੇ ਜਨਨੀ ਸ਼ਰਨਾਰਥਣ ਦੀ ਦੇਖਭਾਲ ਕਰਦਿਆਂ ਜਾਗਦੀ ਰਹੀ। ਸਵੇਰੇ ਸਵੇਰੇ ਗਣੇਸ਼ਾ ਟੈਕਸੀ ਵਿੱਚ ਲਾਲਾ ਭਗਤ ਰਾਮ ਨੂੰ ਲੈ ਕੇ ਆਇਆ। ਉਹਨਾਂ ਨੇ ਇੱਕ ਰਾਤ ਇੱਕ ਅਤੀ ਮੈਲੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ, ਜਿਹੜਾ ਕਿ ਰੇਲ ਵਿੱਚ ਬੈਠਣ ਸਮੇਂ ਇੱਕ ਸ਼ਰਨਾਰਥੀ ਨੇ ਮੱਲੋ ਮੱਲੀ ਉਹਨਾਂ ਦੁਆਲੇ ਲਪੇਟ ਦਿੱਤਾ ਸੀ। ਗਣੇਸ਼ੇ ਨੂੰ ਜਾਂਦਿਆਂ ਦੇਖ ਕੇ ਧਰੋਪਤੀ ਨੇ ਕਿਹਾ, ਇਸ ਗਰੀਬ ਨੂੰ ਦੇਖੋ ਤੇ ਉਹ ਖਸਮਾਂ ਖਾਣੇ। ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਸ ਸ਼ਰਨਾਰਥੀ ਆਗੂ ਦਾ ਦੁਖਾਂਤ ਪੇਸ਼ ਕੀਤਾ ਹੈ। ਪ੍ਰਸ਼ਨ ਦੂਜਾ, ਖਸਮਾਂ ਖਾਣੇ ਕਹਾਣੀ ਦਾ ਵਿਸ਼ਾ ਕੀ ਹੈ? ਵਿਚਾਰ ਕਰੋ। ਜਾਂ ਗੁਰਮੁਖ ਸਿੰਘ ਮੁਸਾਫਿਰ ਦੀ ਕਹਾਣੀ ਖਸਮਾਂ ਖਾਣੇ ਸੰਬੰਧੀ ਆਪਣੇ ਵਿਚਾਰ ਬਿਆਨ ਕਰੋ। ਖਸਮਾਂ ਖਾਣੇ ਕਹਾਣੀ ਦਾ ਵਿਸ਼ਾ ਸ਼ਰਨਾਰਥੀਆਂ ਦਾ ਦੁਖਾਂਤ ਹੈ। ਇਸ ਦਾ ਇਹ ਵਿਸ਼ਾ 1947 ਦੀ ਭਾਰਤ-ਪਾਕਿ ਵੰਡ ਸਮੇਂ ਪੈਦਾ ਹੋਈ ਸ਼ਰਨਾਰਥੀ ਸਮੱਸਿਆ ਵਿੱਚੋਂ ਉਪਜਿਆ ਹੈ। ਸ਼ਰਨਾਰਥੀ ਆਗੂ ਲਾਲਾ ਭਗਤ ਰਾਮ ਬੇਆਰਾਮ ਰਹਿ ਕੇ ਪੂਰੀ ਹਮਦਰਦੀ ਨਾਲ ਸ਼ਰਨਾਰਥੀਆਂ ਦੇ ਤੇ ਹੋਰਨਾਂ ਲੋਕਾਂ ਦੇ ਕੰਮ ਕਰਦਾ ਹੈ, ਪਰੰਤੂ ਕੰਮ ਕਰਾਉਣ ਵਾਲੇ ਲੋਕ ਅਜਿਹੇ ਹਨ ਕਿ ਜਰਾ ਉਹਨਾਂ ਦਾ ਕੰਮ ਲੇਟ ਹੋ ਜਾਵੇ ਤਾਂ ਉਹ ਤਾਣੇ ਮੀਣੇ ਦਿੰਦੇ ਹਨ ਜਾਂ ਚਾਨਣ ਸ਼ਾਹ ਵਰਗੇ ਅਜਿਹੇ ਟੱਕਰ ਜਾਂਦੇ ਹਨ, ਜਿਹੜੇ ਕੰਮ ਕਰਾਉਣ ਵੇਲੇ ਤਾਂ ਬੜੇ ਮਨਮੋਹਣੇ ਬਣ ਜਾਂਦੇ ਹਨ, ਪਰੰਤੂ ਜਦੋਂ ਉੱਲੂ ਸਿੱਧਾ ਕਰਨਾ ਹੋਵੇ ਤਾਂ ਉਹ ਅਗਲੇ ਦੀ ਰਤਾ ਪਰਵਾਹ ਨਹੀਂ ਕਰਦੇ। ਅਜਿਹੇ ਆਗੂ ਦੀ ਪਤਨੀ ਨੂੰ ਇੱਕ ਤਾਂ ਬੇਆਰਾਮ ਰਹਿਣਾ ਪੈਂਦਾ ਹੈ ਅਤੇ ਦੂਸਰੇ ਉਸ ਨੂੰ ਲੋਕਾਂ ਦਾ ਖੁਦਗਰਜ਼ੀ ਭਰਿਆ ਅਤੇ ਇਨਸਾਨੀਅਤਹੀਣ ਵਤੀਰਾ ਪਰੇਸ਼ਾਨ ਕਰਦਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਲਾਲਾ ਭਗਤ ਰਾਮ, ਜੋ ਕਿ ਦਿੱਲੀ ਵਿੱਚ ਦੁੱਖਾਂ ਤੇ ਥੁੜਾਂ ਮਾਰੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਹਰ ਸਮੇਂ ਤਤਪਰ ਰਹਿੰਦੇ ਹਨ, ਨੂੰ ਚਾਨਣ ਸ਼ਾਹ ਆਪਣੀ ਕਾਰ ਲੈ ਕੇ ਸਵੇਰੇ ਸਵੇਰੇ ਅੰਬਾਲੇ ਆਪਣੇ ਨਾਲ ਲੈ ਕੇ ਜਾਣ ਲਈ ਪਹੁੰਚ ਜਾਂਦਾ ਹੈ, ਕਿਉਂਕਿ ਉੱਥੇ ਉਸ ਨੂੰ ਆਸ ਸੀ ਕਿ ਡਿਪਟੀ ਕਮਿਸ਼ਨਰ ਨੇ ਉਸ ਦਾ ਕੰਮ ਲਾਲਾ ਜੀ ਦਾ ਮੂੰਹ ਵੇਖ ਕੇ ਹੀ ਕਰ ਦੇਣਾ ਹੈ। ਲਾਲਾ ਜੀ ਅਜੇ ਉੱਠ ਕੇ ਤਿਆਰ ਵੀ ਨਹੀਂ ਸਨ ਹੋਏ ਤੇ ਉਹਨਾਂ ਲਈ ਸ਼ਰਨਾਰਥੀ ਕੈਂਪ ਵਿੱਚ ਵੀ 2-2.5 ਘੰਟਿਆਂ ਦਾ ਕੰਮ ਕਰਨ ਵਾਲਾ ਸੀ। ਪਰ ਚਾਨਣ ਸ਼ਾਹ ਨੇ ਕਾਹਲੀ ਪਾ ਦਿੱਤੀ ਕਿ ਉਸ ਦੀ ਕਾਰ ਨਵੀਂ ਵੀ ਹੈ ਤੇ ਉਸ ਵਿੱਚ ਪੈਟਰੋਲ ਵੀ ਬਹੁਤ ਹੈ। ਜੇਕਰ ਉਹ ਹੁਣੇ ਤੁਰ ਪੈਣ ਤਾਂ ਉਹ 12 ਵਜੇ ਤੱਕ ਅੰਬਾਲੇ ਤੋਂ ਪਰਤ ਆਉਣਗੇ। ਫਿਰ ਉਸਨੇ ਕਿਹਾ ਕਿ 3 ਵਜੇ ਨਹੀਂ ਤਾਂ ਸ਼ਾਮ ਤੱਕ ਤਾਂ ਜ਼ਰੂਰ ਵਾਪਸ ਆ ਜਾਣਗੇ। ਉਸਨੇ ਨਾ ਤਾਂ ਲਾਲਾ ਜੀ ਨੂੰ ਰਾਤ ਲਈ ਕੋਈ ਭਾਰਾ ਕੱਪੜਾ ਲੈਣ ਦਿੱਤਾ ਤੇ ਨਾ ਹੀ ਜ਼ਰੂਰੀ ਦਵਾਈ। ਲਾਲਾ ਜੀ ਕੋਲ ਸਵੇਰੇ ਤੋਂ ਸ਼ਾਮ ਤੱਕ ਸ਼ਰਨਾਰਥੀ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਰਹਿੰਦੇ ਸਨ ਤੇ ਉਹ ਉਹਨਾਂ ਦੇ ਕੰਮ ਬੜੀ ਹਮਦਰਦੀ ਨਾਲ ਕਰਾ ਦਿੰਦੇ ਸਨ। ਉਹਨਾਂ ਦੀ ਪਤਨੀ ਦਾ ਸੁਭਾਅ ਵੀ ਬੜਾ ਮਿੱਠਾ ਤੇ ਹਮਦਰਦੀ ਭਰਿਆ ਸੀ। ਬੇਸ਼ੱਕ ਉਹ ਵੇਲੇ ਕਵੇਲੇ ਆਉਣ ਵਾਲਿਆਂ ਤੋਂ ਜ਼ਰਾ ਔਖੀ ਵੀ ਹੁੰਦੀ ਸੀ। ਗਰੀਬ ਸ਼ਰਨਾਰਥੀ ਜ਼ਿਆਦਾ ਤੰਗ ਸਨ। ਕਿਸੇ ਨੂੰ ਕਸਟੋਡੀਅਨ ਦਾ ਕੰਮ ਸੀ, ਕਿਸੇ ਨੇ ਕਰਜ਼ਾ ਮਨਜ਼ੂਰ ਕਰਾਉਣਾ ਹੁੰਦਾ ਤੇ ਕਿਸੇ ਨੂੰ ਬਦਲੀ ਸੰਬੰਧੀ ਕੰਮ ਹੁੰਦਾ। ਕਿਸੇ ਗਣੇਸ਼ੇ ਵਰਗੇ ਨੂੰ ਚਲਾਨ ਛਡਵਾਉਣ ਲਈ ਸਿਫਾਰਸ਼ ਦੀ ਲੋੜ ਹੁੰਦੀ। ਲੋਕਾਂ ਦੀ ਇੰਨੀ ਤਨਦੇਹੀ ਨਾਲ ਸੇਵਾ ਕਰਨ ਦੇ ਬਾਵਜੂਦ ਕਈ ਸਮਝਦੇ ਹਨ ਕਿ ਲਾਲਾ ਜੀ ਸਰਮਾਏਦਾਰ ਨਾਲ ਛੇਤੀ ਤੁਰ ਪੈਂਦੇ ਹਨ। ਦਿਨੇ ਧਰੋਪਤੀ ਘਰ ਆਏ ਲੋੜਵੰਦ ਸ਼ਰਨਾਰਥੀਆਂ ਨੂੰ 3 ਵਜੇ ਆਉਣ ਦਾ ਵਕਤ ਦਿੰਦੀ ਹੈ, ਪਰ ਲੋਕ ਔਖੇ ਹੋ ਰਹੇ ਸਨ। ਇੰਨੇ ਨੂੰ ਇੱਕ ਜਣੇਪੇ ਵਾਲੀ ਬੀਬੀ ਪਹੁੰਚ ਗਈ ਤੇ ਧਰੋਪਤੀ ਨੇ 3 ਵਜੇ ਆਪਣੇ ਕੰਮ ਲਈ ਘਰ ਆਏ ਗਣੇਸ਼ੇ ਰਾਹੀਂ ਡਾਕਟਰ ਕਰਤਾਰ ਕੌਰ ਨੂੰ ਬੁਲਾ ਕੇ ਉਸ ਦਾ ਜਣੇਪਾ ਕਰਵਾਇਆ। ਹੁਣ ਜਦੋਂ 3 ਵਜੇ ਤੱਕ
ਕੁਆਟਰ ਦੇ ਬਾਹਰ ਸ਼ਰਨਾਰਥੀਆਂ ਦੀ ਭੀੜ ਲੱਗ ਗਈ ਤੇ ਲਾਲਾ ਜੀ 5 ਵਜੇ ਤੱਕ ਘਰ ਨਾ ਪਹੁੰਚੇ ਤਾਂ ਟੈਲੀਫੋਨ ਕਰਨ ਤੇ ਚਾਨਣ ਸ਼ਾਹ ਦੇ ਘਰੋਂ ਪਤਾ ਲੱਗਾ ਕਿ ਲਾਲਾ ਜੀ ਡਿਪਟੀ ਕਮਿਸ਼ਨਰ ਦੀ ਕੋਠੀ ਤੋਂ ਟਾਂਗੇ ਵਿੱਚ ਸ਼ਰਨਾਰਥੀ ਕੈਂਪ ਚਲੇ ਗਏ ਸਨ। ਚਾਨਣ ਸ਼ਾਹ ਨੇ ਹੋਰ ਕੰਮ ਕਰਨੇ ਸਨ। ਉਸਨੇ ਵਾਪਸੀ ਸਮੇਂ ਲਾਲਾ ਜੀ ਨੂੰ ਕੈਂਪ ਵਿੱਚੋਂ ਨਾਲ ਲੈਣਾ ਸੀ, ਪਰ ਲੇਟ ਹੋਣ ਕਰਕੇ ਤੇ ਕਾਰ ਵਿੱਚ ਪੈਟਰੋਲ ਥੋੜ੍ਹਾ ਹੋਣ ਕਰਕੇ ਉਹਨਾਂ ਨੂੰ ਨਾਲ ਲੈ ਨਾ ਸਕਿਆ ਤੇ ਵਾਪਸ ਆ ਗਿਆ, ਕਿਉਂਕਿ ਘਰ ਵਿੱਚ ਚਾਹ ਉੱਤੇ ਬੰਦੇ ਸੱਦੇ ਹੋਏ ਸਨ। ਇਹ ਸੁਣ ਕੇ ਧਰੋਪਤੀ ਨੂੰ ਬਹੁਤ ਗੁੱਸਾ ਚੜ੍ਹਿਆ। ਧਰੋਪਤੀ ਨੇ ਸਾਰੀ ਰਾਤ ਬੇਚੈਨੀ ਨਾਲ ਗੁਜ਼ਾਰੀ ਤੇ ਅਗਲੇ ਸਵੇਰੇ ਮੂੰਹ ਹਨੇਰੇ ਗਣੇਸ਼ਾ ਲਾਲਾ ਜੀ ਨੂੰ ਟੈਕਸੀ ਵਿੱਚ ਘਰ ਪੁੱਜਾ। ਅਖੀਰਲੀ ਰਾਤ ਦੀ ਠੰਡ ਤੋਂ ਬਚਾਅ ਲਈ ਉਹਨਾਂ ਮੈਲਾ ਕੁਚੈਲਾ ਕੰਬਲ ਉੱਪਰ ਲਿਆ ਹੋਇਆ ਸੀ, ਜੋ ਕਿ ਸ਼ਰਨਾਰਥੀ ਨੇ ਉਹਨਾਂ ਨੂੰ ਦਿੱਤਾ ਸੀ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ 1947 ਦੀ ਦੇਸ਼ ਵੰਡ ਸਮੇਂ ਪੈਦਾ ਹੋਈ ਸ਼ਰਨਾਰਥੀ ਦੁਖਾਂਤ ਹੈ, ਜਿਸ ਵਿੱਚ ਆਮ ਲੋਕ ਨਿੱਕੀ ਨਿੱਕੀ ਸਮੱਸਿਆ ਤੋਂ ਪਰੇਸ਼ਾਨ ਸਿਫਾਰਸ਼ਾਂ, ਸਹਾਇਤਾ ਤੇ ਆਸਰੇ ਭਾਲ ਰਹੇ ਸਨ। ਲਾਲਾ ਭਗਤ ਰਾਮ ਨੇ ਉਹਨਾਂ ਦੀ ਪਤਨੀ ਵਰਗੇ ਉਹਨਾਂ ਦੀ ਸਹਾਇਤਾ ਕਰ ਰਹੇ ਸਨ, ਪਰ ਚਾਨਣ ਸ਼ਾਹ ਤੇ ਘਮੰਡਾ ਸਿੰਘ ਵਰਗੇ ਸਰਮਾਏਦਾਰਾਂ ਦੀ ਹਾਲਤ ਕੰਮ ਨਿਕਲਣ ਤੋਂ ਪਿੱਛੋਂ ਤੂੰ ਕੌਣ ਹੈ ਤੇ ਮੈਂ ਕੌਣ ਵਾਲੀ ਸੀ, ਜਾਂ ਉਹ ਸਿਰਫ ਆਪਣੇ ਕੰਮ ਕੱਢਦੇ ਸਨ। ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਯਥਾਰਥਕ, ਇਤਿਹਾਸਕ, ਦੁਖਾਂਤਕ ਤੇ ਦਿਲ ਢੁਕਵਾਂ ਹੈ। ਕਹਾਣੀਕਾਰ ਨੇ ਇਸ ਨੂੰ ਯਥਾਰਥਕ ਕਥਾਨਕ ਦੀ ਉਸਾਰੀ ਤੇ ਮਨੋਵਿਗਿਆਨਕ ਚਰਿੱਤਰ ਚਿਤਰਣ ਦੀ ਸਹਾਇਤਾ ਨਾਲ ਕਥਾਤਮਕ ਸ਼ੈਲੀ ਰਾਹੀਂ ਦੁਖਾਂਤ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਪੇਸ਼ ਕੀਤਾ ਹੈ। ਪ੍ਰਸ਼ਨ ਤੀਜਾ, ਧਰੋਪਤੀ ਦਾ ਚਰਿੱਤਰ ਆਪਣੇ ਸ਼ਬਦਾਂ ਵਿੱਚ ਲਿਖੋ। ਧਰੋਪਤੀ ਖਸਮਾਂ ਖਾਣੇ ਕਹਾਣੀ ਦਾ ਮੁੱਖ ਪਾਤਰ ਹੈ। ਉਹ ਸ਼ਰਨਾਰਥੀ ਆਗੂ ਲਾਲਾ ਭਗਤ ਰਾਮ ਦੀ ਪਤਨੀ ਹੈ। ਕਹਾਣੀ ਵਿੱਚ ਉਸ ਦਾ ਚਰਿੱਤਰ ਵਿੱਚ ਹੇਠ ਲਿਖੇ ਗੁਣ ਦਿਖਾਈ ਦਿੰਦੇ ਹਨ। ਮਿੱਠੇ ਸੁਭਾਅ ਤੇ ਹਮਦਰਦ ਵਾਲੀ। ਧਰੋਪਤੀ ਸ਼ਰਨਾਰਥੀਆਂ ਦੇ ਦੁੱਖ ਸੁਣ ਕੇ ਦੁਖੀ ਹੁੰਦੀ ਹੈ। ਉਹ ਉਹਨਾਂ ਨਾਲ ਮਿਠਾਸ ਤੇ ਹਮਦਰਦੀ ਨਾਲ ਪੇਸ਼ ਆਉਂਦੀ ਹੈ। ਉਹ ਇੱਕ ਅਧਖੜ ਇਸਤਰੀ ਦੇ ਦੁੱਖ ਸੁਣ ਕੇ ਰੋ ਪਈ ਅਤੇ ਆਪਣੇ ਘਰ ਬੱਚੇ ਨੂੰ ਜਨਮ ਦੇਣ ਲਈ ਅਚਾਨਕ ਪੁੱਜੀ ਸ਼ਰਨਾਰਥਣ ਇਸਤਰੀ ਦੀ ਹਰ ਤਰ੍ਹਾਂ ਸਹਾਇਤਾ ਕਰਦੀ ਹੈ। ਖੁਦਗਰਜ਼ ਲੋਕਾਂ ਦੇ ਵਤੀਰੇ ਤੋਂ ਦੁਖੀ, ਉਸ ਦੇ ਮਨ ਵਿੱਚ ਸ਼ਰਨਾਰਥੀਆਂ ਨਾਲ ਵਧੀਕੀਆਂ ਕਰਨ ਵਾਲੇ ਤੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਅਮੀਰ ਲੋਕਾਂ ਪ੍ਰਤੀ ਬੜਾ ਤਿਰਸਕਾਰ ਤੇ ਰੰਜ ਪੈਦਾ ਹੁੰਦਾ ਹੈ। ਉਹ ਘਮੰਡਾ ਸਿੰਘ, ਬਖਸ਼ੀ ਖੁਸ਼ਹਾਲ ਚੰਦ ਐਡਵੋਕੇਟ ਤੇ ਚਾਨਣ ਸ਼ਾਹ ਦੇ ਖੁਦਗਰਜ਼ੀ ਭਰੇ ਵਤੀਰੇ ਨੂੰ ਦੇਖ ਕੇ ਉਹਨਾਂ ਪ੍ਰਤੀ ਖਸਮਾਂ ਖਾਣੇ ਸ਼ਬਦ ਵਰਤ ਕੇ ਆਪਣੇ ਤਿਰਸਕਾਰ ਤੇ ਰੰਜ ਨੂੰ ਪ੍ਰਗਟ ਕਰਦੀ ਹੈ। ਪੱਕੀ ਹੋਈ ਆਦਤ ਵਾਲੀ। ਕਿਸੇ ਪ੍ਰਤੀ ਰੰਜ ਜਾਂ ਤਿਰਸਕਾਰ ਪ੍ਰਗਟ ਕਰਨ ਲਈ ਖਸਮਾਂ ਖਾਣੇ ਸ਼ਬਦ ਵਰਤਣ ਦੀ ਉਸਦੀ ਆਦਤ ਪੱਕੀ ਹੋਈ ਹੈ। ਕਈ ਵਾਰ ਉਸ ਦੇ ਮੂੰਹੋਂ ਇਹ ਸ਼ਬਦ ਸੂਤੇ ਸਿੱਧਰ ਵੀ ਨਿਕਲ ਜਾਂਦੇ ਹਨ। ਪਤੀ ਦਾ ਖਿਆਲ ਰੱਖਣ ਵਾਲੀ। ਉਹ ਆਪਣੇ ਪਤੀ ਦੀ ਦਵਾਈ ਤੇ ਸੁੱਖ ਆਰਾਮ ਦਾ ਖਿਆਲ ਰੱਖਦੀ ਹੈ। ਜਦੋਂ ਉਸ ਦਾ ਪਤੀ ਅੰਬਾਲੇ ਤੋਂ ਵਾਪਸ ਨਹੀਂ ਪਰਤਦਾ ਤਾਂ ਉਹ ਸਾਰੀ ਰਾਤ ਉਸ ਸੰਬੰਧੀ ਫਿਕਰਮੰਦ ਰਹਿੰਦੀ ਹੈ। ਉਹ ਰਾਤੀ ਸੌਣ ਪਿੱਛੋਂ ਜਾਂ ਸਵੇਰੇ ਜਾਗਣ ਤੋਂ ਪਹਿਲਾਂ ਆਪਣੇ ਪਤੀ ਕੋਲ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਵੀ ਪਸੰਦ ਨਹੀਂ ਕਰਦੀ। ਔਖੇ ਸ਼ਬਦਾਂ ਦੇ ਅਰਥ। ਜਾਗ ਮਿੱਟੋ ਦਾ ਅਰਥ ਹੈ ਅੱਧ ਸੁੱਤੇ ਅੱਧ ਜਾਗਦੇ। ਖੂਰੀ ਦਾ ਅਰਥ ਹੈ ਕਰੜੀ ਜਾਂ ਕਠੋਰ। ਸ਼ਰਨਾਰਥੀ ਦਾ ਅਰਥ ਹੈ ਦੇਸ਼ ਵੰਡ ਸਮੇਂ ਆਪਣੇ ਜੱਦੀ ਘਰਾਂ ਚੋਂ ਉੱਜੜ ਕੇ ਨਵੇਂ ਭਾਰਤ ਵਿੱਚ ਆ ਕੇ ਵਸੇ ਲੋਕ, ਜਾਂ ਰਿਫੂਜੀ ਜਾਂ ਪਨਾਹਗੀਰ। ਗਰਜਮੰਦ ਦਾ ਅਰਥ ਹੈ ਲੋੜਵੰਦ। ਪਰਤਣਾ ਦਾ ਅਰਥ ਹੈ ਵਾਪਸ ਆਉਣਾ। ਹਮਦਰਦ ਦਾ ਅਰਥ ਹੈ ਦੁੱਖ ਵੰਡਾਉਣ ਵਾਲਾ। ਸਰਮਾਏਦਾਰ ਦਾ ਅਰਥ ਹੈ ਮਾਲਦਾਰ। ਡੁਸਕਿਆ ਦਾ ਅਰਥ ਹੈ ਰੋਇਆ। ਤਜਵੀਜ਼ਾਂ ਦਾ ਅਰਥ ਹੈ ਸਲਾਹ। ਨਾਜ਼ਕ ਦਾ ਅਰਥ ਹੈ ਕੋਮਲ। ਪਤ ਦਾ ਅਰਥ ਹੈ ਇੱਜ਼ਤ। ਅਧਖੜ ਦਾ ਅਰਥ ਹੈ ਜਵਾਨੀ ਅਤੇ ਬੁਢਾਪੇ ਦੇ ਵਿਚਕਾਰਲੀ ਉਮਰ। ਮੈਲੇ ਖਲੱਟ ਦਾ ਅਰਥ ਹੈ ਬਹੁਤ ਮੈਲੇ। ਮੁਹਾੜ ਦਾ ਅਰਥ ਹੈ ਦਹੇਲੀ। ਸੰਕੋਚ ਦਾ ਅਰਥ ਹੈ ਡਰ। ਰੁਣਾਕੀ ਦਾ ਅਰਥ ਹੈ ਰੋਣ
ਹਾਕੀ ਜਨਨੀ ਦਾ ਅਰਥ ਹੈ ਬੱਚੇ ਨੂੰ ਜਨਮ ਦੇਣ ਵਾਲੀ ਔਰਤ। ਘਮੰਡ ਦਾ ਅਰਥ ਹੈ ਹੰਕਾਰ। ਅਲੋਪ ਦਾ ਅਰਥ ਹੈ ਛੁਪ ਜਾਣਾ। ਮੂੰਹ ਹਨੇਰੇ ਦਾ ਅਰਥ ਹੈ ਬਹੁਤ ਸਵੇਰੇ।